ਮਿੱਤਰੋ, ਤੁਹਾਡਾ ਵੀਰ ਆਫਤਾਬ ਭੱਟੀ ਹਾਜ਼ਰ ਹੈ। ਅੱਜ ਤੁਹਾਡੇ ਨਾਲ ਇੱਕ ਨਿੱਕਿਆਂ ਹੁੰਦਿਆਂ ਦੀ ਗੱਲ ਸ਼ੇਅਰ ਕਰਨੀ ਹੈ। ਇਹ ਕੋਈ 1985-86 ਦੀ ਗੱਲ ਹੈ। ਮੇਰੇ ਵਾਲਦ ਸਾਹਿਬ ਟੀਚਰ ਸਨ ਤੇ ਪਿੰਡੀ ਭੱਟੀਆਂ ਦੇ ਨਾਲ ਇੱਕ ਪਿੰਡ ਹੈ, ਚੱਕ ਨੰਬਰ 2 ਜ਼ਖੀਰਾ ਬੇਰਾਂ ਵਾਲਾ। ਉੱਥੇ ਉਹਨਾਂ ਦੀ ਪੋਸਟਿੰਗ ਸੀ ਤੇ ਅਸੀਂ ਵੀ ਉਹਨਾਂ ਦੇ ਨਾਲ ਹੀ ਰਹਿੰਦੇ ਸਾਂ ਤੇ ਮੈਂ ਵੀ ਉੱਥੇ ਪੜ੍ਹਦਾ ਸਾਂ, ਚੌਥੀ ਜਾਂ ਪੰਜਵੀਂ ਹੋਵਾਂਗਾ। ਉੱਥੇ ਨਾ ਇੱਕ ਮਸਜਿਦ ਸੀ ਔਰ ਉਸ ਇੱਕ ਮਸਜਿਦ ਦੇ ਵਿੱਚ ਸੁੰਨੀ ਵੀ ਨਮਾਜ਼ ਪੜ੍ਹਦੇ ਸਨ ਤੇ ਸ਼ੀਆ ਵੀ ਨਮਾਜ਼ ਪੜ੍ਹਦੇ ਸਨ। ਸੁੰਨੀ ਆਪਣੀ ਅਜ਼ਾਨ ਦਿੰਦੇ ਸਨ, ਸ਼ੀਆ ਆਪਣੀ ਅਜ਼ਾਨ ਦਿੰਦੇ ਸਨ ਤੇ ਅਸੀਂ ਸੁਨੀਆਂ ਦੇ ਬੱਚੇ ਵੀ ਉੱਥੇ ਹੀ ਕੁਰਾਨ ਦੀ ਤਾਲੀਮ ਲੈਂਦੇ ਸਨ, ਸ਼ੀਆਂ ਦੇ ਬੱਚੇ ਵੀ ਉੱਥੇ ਹੀ ਕੁਰਾਨ ਦੀ ਤਾਲੀਮ ਲੈਂਦੇ ਸਨ। ਤੇ ਫਿਰ ਜਿਵੇਂ ਜਿਵੇਂ ਅਸੀਂ ਵੱਡੇ ਹੋਏ ਉਵੇਂ ਉਵੇਂ ਇੱਕ ਮਜ਼ਹਬੀ ਇੰਤਹਾ ਪਸੰਦੀ ਜਿਹੜੀ ਹੈ ਉਹਦਾ ਇੱਕ ਦਰਖਤ ਜਿਹੜਾ ਹੈ ਉਹ ਲਾ ਦਿੱਤਾ ਗਿਆ ਔਰ ਉਹ ਫਿਰ ਆਹਿਸਤਾ 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 ਉਹ ਦਰਖਤ ਇੱਕ ਬਰਗਦ ਦੀ ਸ਼ਕਲ ਅਖਤਿਆਰ ਕਰ ਗਿਆ। ਤੇ ਫਿਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੀ ਵੇਖਿਆ ਕਿ ਸ਼ੀਆਂ ਨੇ ਸੁਨੀਆਂ ਨੂੰ ਮਾਰਿਆ ਤੇ ਸੁਨੀਆਂ ਨੇ ਸ਼ੀਆਂ ਨੂੰ ਮਾਰਿਆ ਤੇ ਫਿਰ ਨਾਲ ਨਾਲ ਨਾ ਵਾਬੀ ਤੇ ਦਿਓਬੰਦੀ ਵੀ ਆ ਗਏ ਔਰ ਮਜ਼ਹਬੀ ਇੰਤਹਾ ਪਸੰਦੀ ਬਹੁਤ ਵੱਧ ਗਈ। ਔਰ ਇਹ ਬੂਟਾ ਲਾਉਣ ਵਾਲਾ ਪਤਾ ਕੌਣ ਸੀ? ਇਹ ਜਨਰਲ ਜ਼ਿਆ ਉਲ ਹਕ ਸੀ। ਔਰ ਉਹਨੇ ਇਹ ਬੂਟਾ ਪਤਾ ਕਿਸ ਤੋਂ ਲਾਇਆ? ਉਹਨੇ ਇਹ ਬੂਟਾ ਅਮਰੀਕਾ ਦੇ ਕਹਿਣ 'ਤੇ ਰੂਸ ਨੂੰ ਤੋੜਨ ਵਾਸਤੇ ਇਹ ਬੂਟਾ ਲਾਇਆ ਔਰ ਉਸ ਬੂਟੇ ਨੂੰ ਮਜ਼ਹਬ ਨੂੰ ਇੰਨਾ ਕੁ ਇਸਤੇਮਾਲ ਕੀਤਾ ਉਹਨੇ ਆਪਣੇ ਮਕਸਦ ਲਈ, ਅਮਰੀਕਾ ਦੇ ਮਕਸਦ ਲਈ, ਕਿ ਉਹਨੇ ਉਸ ਦੌਰ ਦੇ ਵਿੱਚ ਮੌਲਵੀਆਂ ਨੂੰ ਇੰਨਾ ਕੁ ਪ੍ਰਮੋਟ ਕੀਤਾ ਕਿ ਤੁਹਾਨੂੰ ਕੀ ਦੱਸਾਂ। ਕਲਾਸ਼ਨਕੋਫ ਵੀ ਉਹਨਾਂ ਕੋਲ ਆ ਗਈ ਤੇ ਵੱਡੀਆਂ ਗੱਡੀਆਂ ਵੀ ਉਹਨਾਂ ਕੋਲ ਆ ਗਈਆਂ, ਮਦਰਸੇ ਵੀ ਬਣ ਗਏ, ਫੰਡ ਵੀ ਆ ਗਏ ਤੇ ਤਾਲਬਾਨ ਵੀ ਤਿਆਰ ਹੋ ਗਿਆ, ਰੂਸ ਵੀ ਟੁੱਟ ਗਿਆ ਤੇ ਉਹ ਤਾਲਬਾਨ ਅੱਜ ਵੀ ਸਾਡੇ ਗਲੇ ਦੀ ਹੱਡੀ ਨੇ। ਬਾਕੀ ਤੁਸੀਂ ਇਹ ਵੇਖੋ ਹੁਣ ਵੀ ਕਿੰਨੇ ਫੌਜੀ ਜਵਾਨਾਂ ਦੀ ਸ਼ਹਾਦਤ ਹੋਈ ਹੈ, ਦਹਿਸ਼ਤਗਰਦੀ ਦੀ ਨਜ਼ਰ ਹੋਏ ਨੇ ਸਾਡੇ ਕਿੰਨੇ ਜਵਾਨ, ਕਿੰਨੇ ਇਨਸਾਨ, ਕਿੰਨੇ ਲੋਕ ਚਲੇ ਗਏ। ਇਹ ਉਹੀ ਬੂਟਾ ਲੱਗਾ ਹੈ ਜਿਹੜਾ ਹੁਣ ਬਰਗਦ ਬਣ ਗਿਆ। ਤੇ ਦੂਜੀ ਗੱਲ ਇਹ ਕਿ ਥੋੜ੍ਹਾ ਅਰਸਾ ਹੀ ਹੋਇਆ ਹੈ ਫੈਸਲਾਬਾਦ ਦੇ ਵਿੱਚ ਮਜ਼ਹਬ ਦੇ ਨਾਂ 'ਤੇ ਈਸਾਈਆਂ ਨਾਲ ਕੀ ਕੀਤਾ ਗਿਆ। ਤੇ ਇਹਨਾਂ ਸਾਰੇ ਵਾਕਿਆਤ ਮੇਰੇ ਜ਼ਿਹਨ 'ਚ ਆ ਗਏ। ਮੈਂ ਬਾਬਾ ਨਜ਼ਮੀ ਦੀ ਇੱਕ ਨਜ਼ਮ ਪੜ੍ਹੀ ਤੇ ਤੁਹਾਨੂੰ ਵੀ ਸੁਣਾਉਣਾ ਵਾ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ। ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ। ਸਦੀਆਂ ਵਾਂਗੋਂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ। ਸਦੀਆਂ ਵਾਂਗੋਂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ। ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਲਹੂ ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਰੱਬ ਕਰੇ ਤੂੰ ਮੰਦਰ ਵਾਂਗੋਂ ਵੇਖੇ ਮੇਰੀ ਮਸਜਿਦ ਨੂੰ। ਵਾਹ, ਰੱਬ ਕਰੇ ਤੂੰ ਮੰਦਰ ਵਾਂਗੋਂ ਵੇਖੇ ਮੇਰੀ ਮਸਜਿਦ ਨੂੰ। ਰਾਮ ਕਰੇ ਮੈਂ ਮਸਜਿਦ ਵਾਂਗੋਂ ਵੇਖਾਂ ਤੇਰੇ ਮੰਦਰ ਨੂੰ। ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸਾਦ ਫੜਾ। ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸਾਦ ਫੜਾ। ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨੀ ਲੰਗਰ ਨੂੰ। ਤੇ ਸਾਡੇ ਸਿੰਘਾਂ ਫਸਦਿਆਂ ਰਹਿਣਾ, ਤੇ ਸਾਡੇ ਸਿੰਘਾਂ ਫਸਦਿਆਂ ਰਹਿਣਾ ਖੁਰਲੀ ਢਹਿੰਦੀ ਰਹਿਣੀ ਹੈ।
ਜਿਨ੍ਹਾਂ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ। ਤੇ ਅਸਾਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਨੂੰ। ਤੇ ਅਸਾਂ ਨਹੀਂ ਆਉਣਾ ਬਾਬਾ ਮੁੜ ਕੇ ਤੇਰਾ ਮੇਲਾ ਵੇਖਣ ਨੂੰ। ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ। ਇਹ ਜਦੋਂ ਮੈਂ ਨਜ਼ਮ ਪੜ੍ਹੀ ਨਾ ਤੇ ਇਹ ਸਾਰੇ ਵਾਕਿਆਤ ਮੇਰੇ ਸਾਹਮਣੇ ਆ ਗਏ। ਤੇ ਯਾਰ ਗੱਲ ਇਹ ਵੇ ਕਿ ਇਹ ਕਾਇਨਾਤ ਜਿਹੜੀ ਤਖਲੀਕ ਹੋਈ ਹੈ ਨਾ, ਇਹ ਇੱਕ ਮਹਿਬੂਬ ਦੀ ਖਾਤਰ ਹੋਈ ਹੈ। ਅੱਲਾ ਨੇ ਆਪਣੇ ਮਹਿਬੂਬ ਦੀ ਖਾਤਰ ਇਹ ਕਾਇਨਾਤ ਤਖਲੀਕ ਕੀਤੀ ਹੈ। ਤੇ ਮਹਿਬੂਬ ਉਹ ਹੀ ਹੁੰਦਾ ਜਿਹਦੇ ਨਾਲ ਮੁਹੱਬਤ ਹੋਵੇ। ਤੇ ਜਦੋਂ ਮੁਹੱਬਤ ਦੀ ਬੁਨਿਆਦ ਤੇ ਇਹ ਦੁਨੀਆ ਤਖਲੀਕ ਹੋਈ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਮੁਹੱਬਤ ਦਾ ਬੀਜ ਬੋਈਏ। ਉਹ ਬੀਜ ਅਸੀਂ ਨਹੀਂ ਤੇ ਉਸ ਦਰਖਤ ਦੀ ਛਾਂ ਥੱਲੇ ਅਸੀਂ ਨਹੀਂ ਬਹਿ ਸਕੇ, ਅਗਰ ਨਾ ਬਹਿ ਸਕੇ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਬਹਿਣਗੀਆਂ। ਤੇ ਅਸੀਂ ਇਸ ਮਜ਼ਹਬੀ ਇੰਤਹਾ ਪਸੰਦੀ ਤੋਂ ਇੱਕ ਦੂਜੇ ਤੋਂ ਨਫ਼ਰਤ ਕਰਨ ਦੀ ਬਜਾਏ ਅਗਰ ਇੱਕ ਦੂਜੇ ਨਾਲ ਪਿਆਰ ਔਰ ਮੁਹੱਬਤ ਕਰੀਏ ਤੇ ਦੁਨੀਆ ਕਿੰਨੀ ਹਸੀਨ ਹੋਏਗੀ। ਤੇ ਮੁਹੱਬਤ ਦਾ ਬੂਟਾ ਲਾਈਏ ਤਾਂ ਕਿ ਨਫ਼ਰਤ ਦਾ ਬੂਟਾ ਖਤਮ ਹੋਵੇ। ਅੱਜ ਇੰਨੀ ਗੱਲ ਤੁਹਾਡੇ ਨਾਲ ਕਰਨੀ ਸੀ। ਖੈਰ ਫਿਰ ਮਿਲਾਂਗੇ ਇਨਸ਼ਾ ਅੱਲਾ। ਅੱਲਾ ਦੇ ਲਈ।